बिस्मिल्लाहिर्रहमानिर्रहीम अस्सलाम वालेकुम। ਤੁਸੀਂ ਵੀ ਵੇਖਦੇ ਜੇ ਪ੍ਰੋਗਰਾਮ ਗੱਲਾਂ ਬਾਤਾਂ। ਮੈਂ ਦਾ ਮੇਜ਼ਬਾਨ ਬਿਲਾਲ ਮੁਬਸ਼ਰ ਨਵੇਂ ਪ੍ਰੋਗਰਾਮ ਦੇ ਨਾਲ ਐਸੀ ਮਹਿਮਾਨ ਸ਼ਖਸੀਅਤ ਦੇ ਨਾਲ ਤੁਹਾਨੂੰ ਅੱਜ ਤਾਰਫ ਕਰਾਉਣ ਜਾ ਰਹੇ ਹੈਗੇ ਜਿਹੜੇ ਪਹਿਲੇ ਹੀ ਬਹੁਤ ਮਸ਼ਹੂਰ ਨੇ। ਉਹਨਾਂ ਦੀ ਵਜ੍ਹਾ ਤੋਂ ਅੱਜ ਸਾਡਾ ਇਹ ਪ੍ਰੋਗਰਾਮ ਗੱਲਾਂ ਬਾਤਾਂ ਵੀ ਮਸ਼ਹੂਰ ਹੋਵੇਗਾ। ਚੌਧਰੀ ਸ਼ੇਰ ਜ਼ਮਾਨ ਚੱਠਾ, ਆइए ਉਹਨਾਂ ਨਾਲ ਗੱਲਾਂ ਕਰਨੇ ਆ, ਉਹਨਾਂ ਕੋਲ ਪੁੱਛਨੇ ਆ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਜੀ अस्सलाम वालेकुम। जी वालेकुम सलाम। ਕੀ ਹਾਲ ਚਾਲ ਹੈ ਜੀ? अल्लाह का शुक्र, बिल्कुल ठीक ठाक। ਠੀਕ ਹੈ ਚੋ ਸਾਹਿਬ, ਬਹੁਤ ਸਾਰੀ ਗੱਲਾਂ ਅੱਗੇ ਜਾ ਕਰਾਂਗੇ, ਲੇਕਿਨ ਅਸੀਂ ਪਹਿਲਾਂ ਸ਼ੁਰੂ ਕਰਾਂਗੇ ਤੁਹਾਡੀ ਤਾਲੀਮ ਦੇ ਹਵਾਲੇ ਨਾਲ। ਤੁਸੀਂ ਆਪਣੀ ਤਾਲੀਮ ਕਿੱਥੋਂ ਹਾਸਲ ਕੀਤੀ ਸੀ? बिस्मिल्लाहिर्रहमानिर्रहीम। मैं पहले ਇੱਥੇ ਆਪਣੇ 46 ਚੱਕ ਚੱਠਿਆਂ ਦੇ ਸਕੂਲ ਵਿੱਚ ਪੜ੍ਹਦੇ ਰਹੇ ਹਾਂ। ਅੱਛਾ ਮੁੜ ਕੇ ਸੰਗਲਾਇਲ ਪੜ੍ਹਦੇ ਰਹੇ ਹਾਂ, ਮੁੜ ਕੇ ਲਾਹੌਰ ਪੜ੍ਹਦੇ ਰਹੇ ਹਾਂ। ਅੱਛਾ ਮਾਸ਼ਾਅੱਲਾ ਅਸੀਂ 5 ਭਾਈ ਹਾਂ, ਅੱਛਾ ਮਾਸ਼ਾਅੱਲਾ। 3 ਹਮਸ਼ੀਰਾ ਨੇ ਸਾਡੇ, ਔਰ ਅਲਹਮਦੁਲਿਲਾ ਸਾਰੀ ਪੜ੍ਹੀ ਲਿਖੀ ਫੈਮਿਲੀ ਹੈ। ਭਾਈ ਕੀ ਕਰਦੇ ਨੇ? ਮੈਂ ਬਜ਼ਾਦੇ ਖੁਦ ਪਹਿਲਾਂ ਬਾਹਰ ਬਰੂਨੇ ਮੁਲਕ ਗਿਆ ਸਾਂ, ਉਸ ਤੋਂ ਬਾਅਦ ਆ ਭਾਈ ਗਏ ਨੇ ਖੜੇ ਨੇ, ਔਰ 3 ਭਾਈ ਅਸੀਂ, 4 ਭਾਈ ਮੇਰੇ ਬਾਹਰ ਹੁੰਦੇ ਨੇ। ਕਿਹੜੇ ਮੁਲਕ? ਇਹ 2 ਅਮਰੀਕਾ ਹੁੰਦੇ ਨੇ ਔਰ 2 ਅਮਾਨ ਹੁੰਦੇ ਨੇ, ਮਸਕਤ। ਅੱਛਾ ਅੱਛਾ। ਤੇ ਵਾਲਿਦ ਮੁਹਤਰਮ ਕੀ ਕਰਦੇ ਰਹੇ ਨੇ? ਵਾਲਿਦ ਮੁਹਤਰਮ ਜਿਹੜੇ ਸਾਡੇ ਕਰਦੇ ਰਹੇ ਨੇ ਜ਼ਿਮੀਂਦਾਰ। ਅਸੀਂ ਸ਼ੁਰੂ ਤੋਂ ਇਹ ਪਿੰਡ ਤਕਰੀਬਨ 1837 ਜਾਂ 38 ਦੇ ਵਿੱਚ ਇਹ ਸ਼ੁਰੂ ਹੋਇਆ ਸੀ। ਉਦੋਂ ਇੱਥੇ ਇਹ ਪਿੰਡ ਆਬਾਦ ਕੀਤਾ ਸਾਡੇ ਨਾਂ 'ਤੇ, ਇਹ ਪਿੰਡ ਚੱਠਿਆਂ ਦੇ ਨਾਂ 'ਤੇ। ਸਹੀ ਹੈ। ਉਹ ਆਣ ਕੇ ਅਸੀਂ ਇਹਨੂੰ, ਉਸ ਤੋਂ ਬਾਅਦ ਇਹ ਦੁਨੀਆ ਫਿਰ ਜਦੋਂ ਪਾਕਿਸਤਾਨ ਬਣਿਆ ਤੇ ਦੁਨੀਆ ਆਏ ਇੱਥੇ ਹਿਜਰਤ ਕਰਕੇ ਸਾਰੇ ਜਿਹੜੇ, ਉਸ ਵਕਤ ਅਲਹਮਦੁਲਿਲਾ ਅਸੀਂ ਉਸ ਤੋਂ ਪਹਿਲੇ ਹੀ ਇੱਥੇ ਆਬਾਦ ਸਾਂ। ਅੱਛਾ, ਤੇ ਤੁਸੀਂ ਹੁਣ ਕਾਰੋਬਾਰ ਕੀ ਕਰਦੇ ਜੇ? ਮੈਂ ਜ਼ਿਮੀਂਦਾਰਾ ਵੀ ਕਰਨਾ ਵਾ ਔਰ ਬਰੂਨੇ ਮੁਲਕ ਵੀ ਜਾਣਾ ਹੁੰਦਾ। ਅੱਛਾ, ਕਿਹੜੇ ਮੁਲਕ? ਅਮਾਨ। ओमान ਵਿੱਚ? ओमान ਦੇ ਕਿਹੜੇ ਸ਼ਹਿਰ? ਮਸਕਤ ਸ਼ਹਿਰ। ਮਸਕਤ ਵਿੱਚ? ਮੈਂ ਮਸਕਤ ਰਹਿ ਕੇ ਆ। ਕਿੱਥੇ? ਮੈਂ ਪਹਿਲਾਂ ਰੂਈ ਜਫਨੈਨ। ਅੱਛਾ ਅੱਛਾ, ਠੀਕ ਹੋ ਗਿਆ। ਤੇ ਅਲਸਾ। ਤੇ ਸਿਆਸਤ ਵਿੱਚ ਕਿਉਂ ਆਏ ਤੁਸੀਂ? ਸਿਆਸਤ ਵਿੱਚ ਮੇਰੇ ਨਾ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਨਾ ਪਰੇਸ਼ਾਨੀਆਂ ਦਾ ਆਲਮ ਸੀ ਉਸ ਟਾਈਮ, ਜਦੋਂ ਮੈਂ 2013 ਦੇ ਵਿੱਚ ਸਿਆਸਤ ਦੇ ਵਿੱਚ ਆਇਆ ਵਾਂ। ਅੱਛਾ। ਕਿ ਇੱਥੇ ਫਰੌਨੀਅਤ ਦਾ ਦੌਰ ਚੱਲਦਾ ਰਿਹਾ, ਜਿਹਦੇ ਵਿੱਚ ਅਸੀਂ ਬਲਕਿ ਜਿਹੜੇ ਇਸ ਪਿੰਡ ਦੇ 46 ਚੱਕ ਚੱਠਿਆਂ ਦੇ ਸ਼ਰੀਫ ਆਦਮੀ ਦਾ ਜੀਣਾ ਤੰਗ ਸੀ। ਮੈਂ ਇਸ ਦੇ ਬਾਰੇ ਸੋਚਦਾ ਹੋਇਆ ਸਿਆਸਤ ਦੇ ਵਿੱਚ ਆਇਆ ਔਰ ਆਵਾਮ ਦੀ ਖਿਦਮਤ ਕਰਨੀ ਸ਼ੁਰੂ ਕੀਤੀ। ਤੇ ਬਰਜੀਸ ਤਾਹਰ ਦੇ ਨਾਲ ਹੀ ਕਿਉਂ ਜੁੜੇ ਜੇ? ਉਹਦਾ ਮੁਹੱਬਤ ਦੀ ਵਜ੍ਹਾ ਕੀ ਹੈ? ਬਰਜੀਸ ਤਾਹਰ ਸਾਹਿਬ ਇੱਕ ਤੇ ਸਾਡੇ ਲੀਡਰ ਨੇ ਔਰ ਮੇਰੇ ਮੋਹਸਨ ਨੇ। ਦੂਸਰੇ ਨੰਬਰ 'ਤੇ ਬਰਜੀਸ ਤਾਹਰ ਸਾਹਿਬ ਜਿਹੜੇ ਨੇ, ਇੱਕ ਦੂਸਰਾ ਵਫਾ ਦਾ ਨਾਂ ਹੈ। ਜਿਸ ਸ਼ਖਸ ਕੋਈ ਉਹਨਾਂ ਦੇ ਨਾਲ ਜਿਹੜਾ ਲੱਗਦਾ ਹੈ ਜਾਂ ਉਹ ਕਿਸੇ ਦੇ ਨਾਲ ਮੁਹੱਬਤ ਕਰਦੇ ਨੇ, ਉਹ ਮੁਨਾਫਕਤ ਨਹੀਂ ਕਰਦੇ। ਇਸ ਵਾਸਤੇ ਮੈਂ ਇਹ ਸ਼ੁਮਾਰ ਕੀਤਾ ਆਪਣੇ ਨਜ਼ਰੀਏ ਦੇ ਅੰਦਰ ਔਰ ਸੋਚਿਆ ਕਿ ਸਭ ਤੋਂ ਦਲੇਰ ਔਰ ਬਹਾਦਰ ਆਦਮੀ ਬਰਜੀਸ ਤਾਹਰ ਮੈਨੂੰ ਨਜ਼ਰ ਆਇਆ, ਕਿ ਜਿਹਦੇ ਵਿੱਚ ਮੈਂ ਅੱਲਾ ਰਸੂਲ ਤੋਂ ਬਾਅਦ ਆ ਤੇ ਮੈਂ ਉਹਨਾਂ ਦੇ ਨਾਲ ਮੁਹੱਬਤ ਦਾ ਇਜ਼ਹਾਰ ਔਰ ਉਹਨਾਂ ਦੇ ਨਾਲ ਕੰਮ ਕਰਨਾ, ਸਿਆਸਤ ਦਾ ਆਗਾਜ਼ ਕੀਤਾ। ਸਹੀ। ਤੇ ਤੁਸੀਂ ਚੇਅਰਮੈਨ ਦਾ ਇਲੈਕਸ਼ਨ ਵੀ ਲੜਿਆ, ਇਹਦੀ ਕੀ ਵਜ੍ਹਾ ਬਣੀ ਸੀ? ਮੈਂ ਹਾਂ ਬਿਲਕੁਲ, ਚੇਅਰਮੈਨ ਦਾ ਇਲੈਕਸ਼ਨ ਵੀ ਆਪਣੀ ਯੂਨੀਅਨ ਕੌਂਸਲ ਦਾ ਲੜਿਆ ਸੀ। ਕਿ ਉਸ ਟਾਈਮ ਜਿਸ ਟਾਈਮ ਇਲੈਕਸ਼ਨ ਸੀ, ਕਿ ਮੈਨੂੰ ਪੂਰੇ ਪਿੰਡ ਨੇ ਇਤਫਾਕ ਕਰਕੇ ਆਖਿਆ ਕਿ ਪਿੰਡ ਦੇ 'ਚ ਕੋਈ ਬੰਦਾ ਇਲੈਕਸ਼ਨ ਨਹੀਂ ਲੜਦਾ, ਇਸ ਵਾਸਤੇ ਇਲੈਕਸ਼ਨ ਲੜ। ਦੂਸਰੇ ਨੰਬਰ 'ਤੇ ਇਹ ਕਿ ਮੇਰੇ ਪਿੰਡ ਦੇ ਬੜੇ ਹੀ ਮਸਾਇਲ ਨੇ ਕਿ ਜਿਹੜੇ ਹੱਲ ਕਰਨ ਵਾਲੇ ਨੇ ਉਹ ਨਹੀਂ ਸਨ ਹੱਲ ਹੁੰਦੇ। ਸੂਈ ਗੈਸ ਲਾ ਲਓ, ਪਾਣੀ ਦਾ, ਸੀਵਰੇਜ ਦਾ ਬੜਾ ਕੰਮ ਮਸਲਾ ਹੈ, ਔਰ ਸਕੂਲ ਬੱਚੀਆਂ ਦਾ ਜਿਹੜਾ ਇਸ ਟਾਈਮ ਲਾਕ ਵੀ ਹੈ, ਉਹ ਵੀ ਸਿਸਟਮ ਖਰਾਬ ਸੀ। ਬਿਲਡਿੰਗ ਬਣਾਈ ਸਕੂਲ ਦੀ, ਉਹ ਵੀ ਬੜਾ ਮਸਲਾ ਸੀ। ਇਸ ਵਾਸਤੇ ਸੋਚ ਕੇ ਕਿ ਇਹ ਕਦਮ ਰੱਖਿਆ ਕਿ ਸ਼ਾਇਦ ਅੱਲਾਹ ਪਾਕ ਦੀ ਰਹਿਮਤ ਦੇ ਨਾਲ ਅਸੀਂ ਕਾਮਯਾਬ ਹੋਈਏ, ਔਰ ਇਨਸ਼ਾਅੱਲਾ ਅੱਲਾਹ ਪਾਕ ਨੇ ਕਾਮਯਾਬ ਕੀਤਾ। ਅਸੀਂ ਕਾफ़ੀ ਜ਼ਿਆਦਾ ਕੰਮ ਕਰਵਾਏ ਮੈਂ। ਸਹੀ, ਲੇਕਿਨ ਪੂਰਾ ਵਕਤ ਨਹੀਂ ਮਿਲਿਆ ਕਿਸ ਵਜ੍ਹਾ ਤੋਂ? ਹਾਂਜੀ, ਇਹ ਪੂਰਾ ਵਕਤ ਨਹੀਂ ਮਿਲਿਆ ਕਿ ਜਿਸ ਟਾਈਮ ਮੈਂ ਚੌਧਰੀ ਸਾਹਿਬ ਦੇ ਨਾਲ ਸ਼ਾਮਲ ਹੋਇਆ ਵਾ, ਐਵੇਂ ਥੋੜ੍ਹਾ ਜਿਹਾ ਅਰਸਾ ਸੀ, 3-4 ਮਹੀਨੇ ਦਾ ਜਾਂ 5 ਮਹੀਨੇ ਦਾ, ਤਕਰੀਬਨ ਇੰਨਾ ਕੁ ਅਰਸਾ ਸੀ, ਜਿਹਦੇ ਵਿੱਚ ਮੈਂ ਚੰਦ ਕੰਮ ਜਿਹੜੇ ਚੌਧਰੀ ਸਾਹਿਬ ਕੋ ਕਰਵਾਏ। ਸਹੀ। ਚੌਧਰੀ ਬਰਜੀਸ ਤਾਹਰ ਹੀ 46 ਚੱਕ ਚੱਠਿਆਂ ਦਾ ਕੰਮ ਕੀਤਾ, ਕਿਸੇ ਨਹੀਂ ਕੀਤਾ। ਇਹ ਗੌਰਮੈਂਟ ਰਹੀ ਹੈ PTI ਦੀ, ਔਰ ਇਸ ਤੋਂ ਇਲਾਵਾ ਹੋਰ ਵੀ ਬੰਦੇ ਰਹੇ ਨੇ। 46 ਚੱਕ ਚੱਠਿਆਂ 'ਚ ਕੰਮ ਨਹੀਂ ਕਿਸੇ ਕੀਤਾ। ਸੂਈ ਗੈਸ ਉਹਨਾਂ ਦਿੱਤੀ, ਸੜਕਾਂ ਉਹਨਾਂ 'ਤੇ ਇੱਕ ਰਸਤਾ ਸਾਡਾ ਪਿੰਡੋਂ ਸਾਂਗੜਿਆ ਨਹਿਰ ਦੇ ਉੱਤੇ ਆਉਂਦਾ, ਇਹ ਵੀ ਚੌਧਰੀ ਸਾਹਿਬ ਨੇ ਸਾਨੂੰ, ਚੌਧਰੀ ਬਰਜੀਸ ਤਾਹਰ ਨੇ ਦਿੱਤਾ। ਲੇਕਿਨ ਜਿਹੜੀ ਅਜੇ ਵੀ ਤਖਤੀ ਮੌਜੂਦ ਹੈ ਉਹਨਾਂ ਦੀ। ਹਾਂਜੀ, ਦੇ ਬਾਹਰ ਦੇਖੀਆਂ ਜੀ। ਤੇ ਹੁਣ ਜਿਹੜਾ ਇਲੈਕਸ਼ਨ ਲੜਨ ਜਾ ਰਹੇ ਤੁਸੀਂ ਬਲਦਿਆਤ ਦੇ ਹਵਾਲੇ ਦੇ ਨਾਲ, ਮੌਜੂਦਾ ਹਾਲਾਤ ਜਿਹੜੇ ਹੈਗੇ ਨੇ, ਤੁਹਾਨੂੰ ਕੀ ਲੱਗਦਾ ਕੋਈ ਬਲਦਿਆਤੀ ਇਲੈਕਸ਼ਨ ਆਉਣਗੇ ਕਿ ਜਾਂ ਜਨਰਲ ਇਲੈਕਸ਼ਨ ਆਉਣਗੇ? ਦੇਖੋ, ਇਹ ਤੇ ਹੁਣ
ਪਤਾ ਚੱਲਦਾ ਜੈਸੇ ਨਿਜ਼ਾਮ ਬਹੁਤ ਖਰਾਬ ਹੋਇਆ ਹੈ ਜਿਹੜਾ ਕਿ ਪਿਛਲੀ ਹਕੂਮਤ PTI ਨੇ ਕੀਤਾ ਹੈ। ਹੁਣ ਵਜ਼ੀਰ ਆਜ਼ਮ ਸਾਹਿਬ ਆਏ ਨੇ ਤੇ ਹੁਣ ਦੇਖੋ ਕਿਸ ਤਰ੍ਹਾਂ ਐਲਾਨ ਹੁੰਦਾ ਜਾਂ ਕਿਸ ਤਰ੍ਹਾਂ ਇਲੈਕਸ਼ਨ ਦਾ ਕੰਮ ਸ਼ੁਰੂ ਹੁੰਦਾ ਹੈ। ਜਿਸ ਤਰ੍ਹਾਂ ਹੋਏਗਾ ਇਨਸ਼ਾਅੱਲਾ ਅਸੀਂ ਲੜਾਂਗੇ ਇਲੈਕਸ਼ਨ। ਤੁਸੀਂ ਤਹਿਸੀਲ ਮੇਅਰ ਵਾਸਤੇ, ਤਹਿਸੀਲ ਸੰਗਲੈਲ ਦੀ ਮੇਅਰ ਵਾਸਤੇ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਜੇ, ਤੁਹਾਡੀ ਤਿਆਰੀ ਪੂਰੀ ਹੈ? ਹਾਂਜੀ ਇਨਸ਼ਾਅੱਲਾ ਸਾਡੀ ਤਿਆਰੀ ਪੂਰੀ ਹੈ। ਪਾਰਟੀ ਦੇ ਅਸੀਂ ਪਾਬੰਦ ਆ, ਜਿੱਥੋਂ ਟਿਕਟ ਮਿਲੇਗੀ ਤਹਿਸੀਲ ਮੇਅਰ ਦੀ ਮਿਲੇਗੀ ਜਾਂ ਯੂਨੀਅਨ ਕੌਂਸਲ ਦੀ ਮਿਲੇਗੀ ਤਾਂ ਅਸੀਂ ਇਨਸ਼ਾਅੱਲਾ ਪਾਰਟੀ ਦੇ ਪਾਬੰਦ ਇਲੈਕਸ਼ਨ ਲੜਾਂਗੇ। ਪਾਰਟੀ ਤੋਂ ਬਗੈਰ ਇਲੈਕਸ਼ਨ ਨਹੀਂ ਲੜਨਾ? ਨਹੀਂ, ਪਾਰਟੀ ਤੋਂ ਬਗੈਰ ਇਲੈਕਸ਼ਨ ਨਹੀਂ ਲੜਾਂਗੇ। ਪਾਰਟੀ ਆਖੇ ਕਿ ਜੀ ਇਲੈਕਸ਼ਨ ਕਿਸੇ ਦੀ ਹਮਾਇਤ ਕਰਨੀ ਤਾਂ ਵੀ ਹਮਾਇਤ ਕਰਾਂਗੇ। ਅਗਰ ਤਹਿਸੀਲ ਮੇਅਰ ਵਾਸਤੇ ਇਲੈਕਸ਼ਨ ਲੜਦੇ ਜੇ ਤੁਸੀਂ, ਤੁਹਾਡੀ ਤਰਜੀਹਾਤ ਕੀ ਹੋਣਗੀਆਂ? ਸਾਡੀ ਜਿਹੜੇ ਅਹਿਮ ਮਸਾਇਲ ਨੇ ਜ਼ਿੰਦਗੀ ਦੇ ਇਨਸਾਨ ਦੇ ਜ਼ਰੂਰੀਆਤ ਦੇ, ਉਹਨਾਂ ਵੱਲ ਜਿਹੜੇ ਖਾਸ ਤੌਰ 'ਤੇ ਸਾਡੇ ਸੰਗਲਾਲ ਤਹਿਸੀਲ ਦੇ ਪਾਏ ਜਾਂਦੇ ਉਹਨਾਂ 'ਤੇ ਇਨਸ਼ਾਅੱਲਾ ਸਾਡੀ ਪੂਰੀ ਤਵੱਜੋ ਹੋਏਗੀ। ਸਹੀ ਹੈ। ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਬੜਾ ਮਸਲਾ ਵੇ, ਸਫਾਈ ਦਾ ਬੜਾ ਰੌਲਾ ਰਹਿੰਦਾ ਹੈਗਾ। ਫਕੀਰ ਬਾਸ਼ਾ ਸਾਹਿਬ ਸਾਬਕਾ ਚੇਅਰਮੈਨ ਜਿਹੜੇ ਰਹਿ ਚੁੱਕੇ ਨੇ, ਸਿਟੀ ਚੇਅਰਮੈਨ, ਉਹਨਾਂ ਅੱਗੇ ਵੀ ਲੋਕਾਂ ਗੁਜ਼ਾਰਿਸ਼ਾਂ ਕੀਤੀਆਂ ਹੈਗੀਆਂ ਲੇਕਿਨ ਮਾਮਲਾ ਹੱਲ ਨਹੀਂ ਹੋ ਰਹੇ। ਤੁਸੀਂ ਆਓਗੇ, ਤੁਹਾਡੇ ਅੰਦਰ ਕੀ ਹਿਕਮਤ ਅਮਲੀ ਹੋਵੇਗੀ ਕਿ ਤੁਸੀਂ ਇਸ ਨਿਜ਼ਾਮ ਨੂੰ ਬਿਹਤਰ ਕਰ ਸਕੋਗੇ? ਇਨਸ਼ਾਅੱਲਾ ਜੇ ਅਸੀਂ ਅੱਲਾਹ ਤਾਲਾ ਮੌਕਾ ਦਿੱਤਾ ਖਿਦਮਤ ਕਰਨ ਦਾ ਤੇ ਜ਼ਰੂਰ ਇਨਸ਼ਾਅੱਲਾ ਪਾਣੀ ਦਾ ਜਿਹੜਾ ਮਸਲਾ ਵੀ ਹੱਲ ਹੋਏਗਾ, ਸਫਾਈ ਦਾ ਵੀ ਹੋਏਗਾ। ਔਰ ਜਿੱਥੋਂ ਰਹਿ ਗਈ ਫਕੀਰ ਬਾਦਸ਼ਾਹ ਸਾਹਿਬ ਦੀ ਗੱਲ, ਉਹਨਾਂ ਨੂੰ ਜਿੰਨਾ ਮੌਕਾ ਮਿਲਿਆ ਉਹਨਾਂ ਵੀ ਇਨਸ਼ਾਅੱਲਾ ਅੱਛਾ ਕੀਤਾ, ਮਾੜਾ ਨਹੀਂ ਕੀਤਾ। ਔਰ ਕੋਸ਼ਿਸ਼ ਕਰਾਂਗੇ ਅੱਲਾ ਦੇ ਹੁਕਮ ਨਾਲ ਕਿ ਅੱਛਾ ਹੋਏ। ਸਹੀ ਹੈ। ਸ਼ਹਬਾਜ਼ ਸ਼ਰੀਫ ਸਾਹਿਬ ਵਜ਼ੀਰ ਆਜ਼ਮ ਬਣ ਗਏ ਨੇ, ਉਹਨਾਂ ਦੇ ਸਾਹਿਬਜ਼ਾਦਾ ਹਮਜ਼ਾ ਸ਼ਹਬਾਜ਼ ਸਾਹਿਬ ਵਜ਼ੀਰ ਆਲਾ ਪੰਜਾਬ ਬਣ ਗਏ ਨੇ। ਇਸ ਖੁਸ਼ੀ ਨੂੰ ਆਪਣੇ ਅਲਫਾਜ਼ ਕਿਵੇਂ ਬਿਆਨ ਕਰੋਗੇ? ਹਾਂਜੀ ਅਲਹਮਦੁਲਿਲਾ, ਪਹਿਲੇ ਤਾਂ ਖੁਸ਼ੀ ਅੱਲਾਹ ਪਾਕ ਦਾ ਸ਼ੁਕਰੀਆ ਅਦਾ ਕਰਨੇ ਆ ਕਿ ਜਿਨ੍ਹਾਂ ਇਹ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਕਿ ਜਿਹੜਾ ਇਹ ਵਜ਼ੀਰ ਆਜ਼ਮ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਬਣੇ ਔਰ ਹਮਜ਼ਾ ਸ਼ਹਬਾਜ਼ ਸ਼ਰੀਫ ਸਾਹਿਬ ਵਜ਼ੀਰ ਆਲਾ ਬਣੇ। ਤੇ ਅਸੀਂ ਅੱਲਾਹ ਪਾਕ ਦਾ ਲੱਖ ਲੱਖ ਸ਼ੁਕਰ ਅਦਾ ਕਰਨੇ ਆ ਕਿ ਅੱਲਾਹ ਤਾਲਾ ਨੇ ਸਾਡੇ ਇਸ ਪਾਕਿਸਤਾਨ ਦੇ ਖਾਸ ਰਹਿਮਤ ਕੀਤੀ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਮੁਲਕ ਦੀ ਜਿਹੜੀ ਹੈ ਤਕਰੀਬਨ ਉਮਰ 74 ਤੋਂ 75 ਸਾਲ ਹੈ। ਉਹਦੇ ਦੌਰਾਨ ਤੁਸੀਂ ਸਵਾਏ ਨੂਨ ਲੀਗ ਦੀ ਹਕੂਮਤ ਤੋਂ ਦੇਖ ਲਓ ਕੋਈ ਪ੍ਰੋਜੈਕਟ ਐਸਾ ਹੋਇਆ ਹੋਏ ਜਾਂ ਕੀਤਾ ਹੋਏ ਕਿਸੇ ਨੇ। ਆਮ ਜਿਹੜੀ ਹੈ ਮੇਰੇ ਵਾਲਦ ਦੀ ਤਕਰੀਬਨ ਉਮਰ ਇੰਨੀ ਹੋਣੀ 75-70 ਸਾਲ ਦੇ ਏੜ ਗੇੜ ਕਿ ਇਸ ਮੁਲਕ ਦੀ ਉਮਰ ਤਕਰੀਬਨ ਆਮ ਇਨਸਾਨ ਦੀ ਜ਼ਿੰਦਗੀ ਤੱਕ ਉਮਰ ਹੈ। ਇਹਦਾ ਜ਼ਿਆਦਾ ਉਮਰ ਨਹੀਂ, ਕੋਈ ਸਦੀਆਂ ਦਾ ਇਹ ਮੁਲਕ ਨਹੀਂ ਹੈ। ਇਸ ਵਾਸਤੇ ਜਿਹੜਾ ਵੀ ਇੱਥੇ ਕੰਮ ਕੀਤਾ ਸਵਾਏ ਨੂਨ ਲੀਗ ਮੀਆਂ ਨਵਾਜ਼ ਸ਼ਰੀਫ ਤੋਂ ਇਲਾਵਾ ਜੇ ਕਿਸੇ ਕੀਤਾ ਹੈ ਤਾਂ ਕੋਈ ਦੱਸੋ ਐਸਾ ਕੰਮ ਹੋ ਸਕਦਾ ਸਵਾਏ ਮੀਆਂ ਸਾਹਿਬ ਤੋਂ। ਜੇ ਮੋਟਰਵੇ ਉਹਨਾਂ ਬਣਾਈ, CPEC ਉਹਨਾਂ ਲਿਆਂਦਾ, ਗੈਸ ਘਰ ਘਰ ਤਾਂ ਕਿ ਨਿਚਲੀ ਸਤ੍ਹਾ 'ਤੇ ਸਾਡੇ ਪਿੰਡਾਂ ਦਿਹਾਤੀ, ਅਸੀਂ ਇੱਕ ਛੋਟੀ ਸਤ੍ਹਾ ਦੇ ਲੋਕ ਹਾਂ, ਸਾਡੇ ਦਿਹਾਤਾਂ ਤੱਕ ਉਹਨਾਂ ਮਨਸੂਬੇ ਪਹੁੰਚਾਏ। ਜਿਹੜਾ ਗੈਸ ਦਾ ਮਨਸੂਬਾ ਹੈ ਜਿਹੜੇ ਅਸੀਂ ਅਲਹਮਦੁਲਿਲਾ ਸੁਬਾਹ ਸ਼ਾਮ ਅਸੀਂ ਆਪਣਾ ਰੋਟੀ ਪਕਾ ਖਾਂਦੇ ਹਾਂ, ਇਹ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਮਨਸੂਬਾ ਜਿਹੜਾ ਸਾਡੇ ਘਰਾਂ ਤੱਕ ਪਹੁੰਚੇ। ਇਸ ਵਾਸਤੇ ਅਸੀਂ ਅਗਾਂਹ ਵੀ ਉਮੀਦ ਰੱਖਦੇ ਹਾਂ ਅਲਹਮਦੁਲਿਲਾ, ਅੱਲਾਹ ਤਾਲਾ ਅੱਗੇ ਦੁਆ ਵੀ ਕਰਨੇ ਹਾਂ ਕਿ ਅੱਲਾਹ ਤਾਲਾ ਅੱਛਾ ਇਹ ਪ੍ਰੋਗਰਾਮ ਜਿਹੜਾ ਜਿਹੜੀ ਹਕੂਮਤ ਹੈ ਸਾਡੀ ਅੱਛਾ ਡਿਲੀਵਰ ਕਰੇ, ਅੱਛਾ ਚਲਾਏ। ਔਰ ਸਾਨੂੰ ਫਖਰ ਹੈ ਅੱਲਾਹ ਪਾਕ ਦੀ ਜ਼ਾਤ 'ਤੇ ਕਿ ਅੱਲਾਹ ਪਾਕ ਨੇ ਸਾਨੂੰ ਇਹ ਮੌਕਾ ਦਿੱਤਾ। ਸਾਡੇ ਲੀਡਰਾਂ ਇਸ ਮਕਾਮ ਤੱਕ ਪਹੁੰਚੇ ਨੇ ਬੜੀਆਂ ਤਕਲੀਫਾਂ ਤੋਂ ਬਾਅਦ, ਜੇਲ੍ਹਾਂ ਤੋਂ ਬਾਅਦ ਕਿ ਜਿਹੜਾ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਜੇਲ੍ਹ 'ਚ ਰੱਖਿਆ ਔਰ ਮੀਆਂ ਹਮਜ਼ਾ ਸ਼ਹਬਾਜ਼ ਸ਼ਰੀਫ ਸਾਹਿਬ ਨੂੰ ਰੱਖਿਆ। ਤਕਰੀਬਨ ਕਾਫੀ ਜ਼ਿਆਦਾ ਜਿਹੜੇ ਸਾਡੇ ਸੀਨੀਅਰ ਨੇ ਰਹਿਨੁਮਾ ਜਿਹੜੇ ਵਰਕਰ ਨੇ ਜਾਂ ਦੂਸਰੇ ਨੇ ਤਾਂ ਸਾਰਿਆਂ ਜੇਲ੍ਹਾਂ 'ਚ ਤਕਰੀਬਨ ਇਹਨਾਂ ਕਾਫੀ ਅਰਸਾ ਤੱਕ ਰੱਖਿਆ। ਸਹੀ ਹੈ। ਇਨਸ਼ਾਅੱਲਾ ਅਸੀਂ ਉਮੀਦ ਕਰਨੇ ਹਾਂ ਔਰ ਸਾਡੇ ਕਾਇਦ ਨੇ ਇਹ ਗੱਲ ਆਖੀ ਕਿ ਅਸੀਂ ਬਦਲਾ ਨਹੀਂ ਲਾਂਗੇ, ਅਸੀਂ ਮੁਲਕ ਚਲਾਵਾਂਗੇ ਔਰ ਜਿਹੜੇ ਹਾਲਾਤ ਨੇ ਠੀਕ ਕਰਾਂਗੇ। ਔਰ ਇਨਸ਼ਾਅੱਲਾ ਸਾਡੀ ਪਾਰਟੀ 'ਚ ਇੰਤਕਾਮ ਨਹੀਂ ਹੈ, ਨਾ ਇੰਤਕਾਮ ਦੀ ਸਿਆਸਤ ਕਰਦੇ। ਸਹੀ ਹੈ। ਵਜ਼ੀਰ ਸਾਹਿਬ 'ਤੇ ਵੀ ਨੈਬ ਦੇ ਕੇਸ ਚੱਲਦੇ ਨੇ, ਉਹ ਖਤਮ ਹੋ ਜਾਣਗੇ ਜਾਂ ਰਹਿਣਗੇ? ਨਹੀਂ, ਉਹ ਅਲਹਮਦੁਲਿਲਾ ਚੌਧਰੀ ਬਰਜੀਸ ਤਾਹਰ ਸਾਹਿਬ ਦੇ ਜਿਹੜੇ ਨੈਬ ਦੇ ਕੇਸ ਅੱਗੇ ਖਤਮ ਨੇ ਔਰ ਉਹ ਬਿਲਕੁਲ ਕਲੀਅਰ ਹੋਏ ਨੇ। ਮੈਂ ਵੀ ਨਾਲ ਜਾਂਦਾ ਰਿਹਾ ਉੱਥੇ ਹਾਈ ਕੋਰਟ ਤਰੀਖਾਂ ਦੇ ਉੱਤੇ ਕੇਸ ਜਦੋਂ ਉਸ ਟਾਈਮ ਪੈਂਦੇ ਰਹੇ ਤੇ ਕੋਈ ਨਹੀਂ ਅਲਹਮਦੁਲਿਲਾ ਉਹਨਾਂ ਕੋਈ ਕਰਪਸ਼ਨ 1 ਰੁਪਈਏ ਦੀ ਕਰਪਸ਼ਨ ਨਹੀਂ ਸਾਬਤ ਹੋ ਸਕੀ। ਉਹ ਤਾਂ ਇੱਕ ਇਹਦਾ ਕੱਟ ਜੋੜ ਸੀ ਇਹਦਾ ਹਕੂਮਤ ਦਾ ਤੇ ਇਸ ਵਜ੍ਹਾ ਤੋਂ ਉਹਨਾਂ ਨੇ ਕੇਸ ਕਰਦੇ, ਲੇਕਿਨ ਉਹਨਾਂ ਦਾ ਕੋਈ ਜ਼ਾਹਰੀ ਕੋਈ ਕਿਸੇ ਦੀ 1 ਰੁਪਏ ਦੀ ਕਰਪਸ਼ਨ ਨਹੀਂ ਕੋਈ ਸਾਬਤ ਹੋ ਸਕਦੀ। ਸਹੀ ਹੈ। ਚੰਦ ਦਿਨ ਪਹਿਲਾਂ ਸਾਡੇ ਸ਼ਹਿਰ ਸੰਗਲੈਲ ਨੇ ਉਹ ਵਕਤ ਵੇਖਿਆ ਕਿ ਜਦੋਂ ਪੂਰੇ ਸ਼ਹਿਰ ਨੂੰ ਫੁੱਲ ਦੀ ਪੱਤੀਆਂ ਨਾਲ ਨਹਿਲਾ ਦਿੱਤਾ ਗਿਆ। ਜਦੋਂ ਵਜ਼ੀਰ ਸਾਹਿਬ ਸ਼ਹਿਰ ਸੰਗਲੈਲ ਵਿੱਚ ਦਾਖਲ ਹੋਏ ਨੇ, ਉਹਨਾਂ ਦਾ ਇਸਤਕਬਾਲ ਕੀਤਾ ਗਿਆ। ਤੁਸੀਂ ਸਾਰੇ ਫਰਿਸ਼ਤ ਮੌਜੂਦ ਸੋ, ਅੱਗੇ ਡਾਲੇ 'ਤੇ ਗੱਡੀਆਂ 'ਤੇ ਜਾ ਰਹੇ ਸੋ, ਫੁੱਲ ਨਿਛਾਵਰ ਕਰ ਰਹੇ ਸੋ। ਇਹ ਸਾਰੇ ਮੰਜ਼ਰ ਦੀ ਵਜ੍ਹਾ ਕੀ ਸੀ? ਹਾਂਜੀ, ਪਹਿਲੇ ਨੰਬਰ 'ਤੇ ਅੱਲਾਹ ਦਾ ਸ਼ੁਕਰ ਅਲਹਮਦੁਲਿਲਾ ਕਿ ਅੱਲਾਹ ਤਾਲਾ ਨੇ ਉਹਨਾਂ ਨੂੰ ਇਸ ਮਕਾਮ 'ਤੇ ਪਹੁੰਚਾਇਆ। ਅਤੇ ਇਹ ਮੈਂ ਗੱਲ ਇੱਥੇ ਕਰਨੀ ਚਾਹੁੰਦਾ ਕਿ ਜੋ ਬਰਜੀਸ ਤਾਹਰ ਸਾਹਿਬ ਨੇ ਇਸ ਇਲਾਕੇ ਦੇ ਉਹ ਮੋਹਸਨ ਨੇ NA 117 ਦੇ ਸੰਗਲਾਹਿਲ ਦੇ, ਉਹ ਇਸੇ ਤਰ੍ਹਾਂ ਕਿ ਉਹਨਾਂ ਬਦਮਾਸ਼ੀ ਨਹੀਂ ਕੀਤੀ, ਉਹਨਾਂ
कोई ऐसी सियासत नहीं की जिहड़ा कोई आम आदमी महफूज ना है, हर खास आम मुखालफ महफूज है। असी मैं अपने एक शौर के मुताबिक जिन्नी कि मैं गल करना वा पिया कि मैं अपनी होश दे विच बरजीत ताहर नूं किसी नाल ज़्यादती करदिआं नहीं वेख्या। कोई मुलाजम, कोई हत्ता कि मेरे पिंड दा एक चौकीदार है, लड़कियां दे कॉलेज तकरीबन वो लग्या है, तो वो भी मुखालफत करदा है। चौधरी साहब ने उन्होंने नहीं कदी वेख्या भो के, यानी कि इस हद तक भी लोग करन दे तां भी चौधरी साहब नहीं किसी की मुखालफत। इस वास्ते असी अलहमदुलिल्लाह शुक्र है कोई झूठे परचे नहीं होंदे, कोई ऐसियां लड़ाइयां झगड़े नहीं होंदे, कोई अड्डियां की सियासत नहीं होंदी कि इस वास्ते असी, बल्कि मैं नहीं, मेरा पूरा सांगला और मेरा हलका दे ही वो मोहसन ने सब तो पहला कि असी महफूज हाँ, दूसरे नंबर पर साड़ी इज़्ज़त महफूज है और कोई जगह नहीं, कोई पता नहीं, सिर्फ अल्लाह रसूल तो बादा एक बरजीत ताहर साहब ने कि जिन्हां दी वजह तो यह काम नहीं हुंदा। आम तुसी झुमरे देख लो, पिंडी भट्टियां देख लो, ननकाना साहब देख लो, तुसी शेखपुरा देख लो कि की हालात ने। वाहद एक सांगला है कि जिथे अल्लाह पाक की बड़ी खास रहमत है, अमन अमान। इस वजह तो असी पसंद करने और फुल सुट्टने ने और अगां भी इंशाअल्लाह असी ज़्यादा तो ज़्यादा करांगे और लोगों को पैगाम देने कि जौग दर जौग वेखो तो सही कि असल हकीकत की। इंसान के अंदर एक ज़मीर है, इंसान को पुख्ता रखता है, इंसान को सोचना चाहिए कि असल हकीकत की है। बरजीत ताहर साहब ने किसी का माड़ा नहीं किया, अच्छा ही किया। तुसी देख लो THQ हस्पताल देख लो, तुसी लड़कियां दी इत्थे क्लासां देख लो 14 15 16वीं दियां, लड़कियां दे कॉलेज देख लो, 11 22 देख लो, और तकरीबन कोई ऐसा काम है सिर्फ 1-2 चौधरी साहब आंदे होंदे ने बैठे कि मेरी ख्वाहिश है कि अल्लाह पाक मेरे ते टाइम लियांदा तो मैं नहरां ने और फ्राई आया की ਜਿਹੜਾ दूसरा की रोड ने तो इंशाअल्लाह अल्लाह के हुक्म ना ये चौधरी साहब अल्लाह के हुक्म ना क्लीयर करनगे। पासपोर्ट यूनिवर्सिटी फ्लाईओवर ब्रिज सड़कों का निज़ाम चौधरी साहब के दावे सन कि मैं इकतदार च आया दोबारे तो मैं कराँगा। हुण वजारत मिलने के भी इम्कानात उन्होंने लग नज़र आ रहे हैं, तकरीबन 90+ चांसिस ने जित जाते हैं वजारत उन्होंने मिलेगी। क्या चौधरी साहब पूरी इस थोड़े जे अरसे के काम कर लेंगे? हाँ जी इंशाअल्लाह अल्लाह ताला पहले नंबर पर अल्लाह ताला अगे दुआ है कि अल्लाह ताला कामयाबी दे इस चीज़ की और अल्लाह ताला अपनी रहमत दे सदके काम कामयाब होण ते। और इंशाअल्लाह अल्लाह चौधरी साहब ने अगले दिन आख्या भी है, उधर रैली के दौरान खिताब किया सन डेरे ते कि असी इंशाअल्लाह मेरा अव्वल दर्जी यही है कि काम जरूर होने चाहिए। चंद रह गए ने 3-4 काम, कोई ज़्यादा नहीं, कोई सांगले के जड़े कोई रह गए होने, इंशाअल्लाह ये भी हो जाएंगे। सही है। अल्लाह तुहानूं की नज़र आ रहा है सांगले हिल दा मुस्तकबिल किवें दा होवेगा सड़कों के निज़ाम के बारे च? इंशाअल्लाह अल्लाह के फजलो करम दे नाल बहुत ही अच्छा होएगा। और ਜਿਹੜੇ लोग आंदे सन, बल्कि कि इत्थे तुसां वेख्या होना है कि इत्थे लिया के इफ्तिताह किए गए झूठे करीना लिया के, तुसी वो मोटरवे इंटरचेंज का देख लो कि जाके कोई शख्सियत सियासी सी कि उन्हें जाके करीना खड़ के इफ्तिताह करता, मुड़ के चौधरी साहब ने कराया झूठ। पहले दूसरे अल्लाह ताला के फजलो करम एक कि चौधरी साहब झूठ की सियासत नहीं करते, ਜਿਹੜਾ ਕੰਮ ਹੁੰਦਾ ਉਹ ਕਰਦੇ ਨੇ, ਜਿਹੜਾ नहीं ਹੁੰਦਾ ਉਹਦੇ नहीं ਹੁੰਦਾ ਸਾਡੇ को, ਉਹ 2 नंबर काम नहीं करते। और इंशाअल्लाह अल्लाह के फजलो करम ਨਾਲ ਇਹ ਬਣਨਗੇ ਰੋਡ अल्हम्दुलिल्लाह। सही है। हर पार्टी ਦੇ ਵਿੱਚ, हर ਪਿੰਡ ਦੇ ਵਿੱਚ, हर ਬਰਾਦਰੀ 'ਚ, हर ਖਾਨਦਾਨ, हर ਘਰ ਦੇ ਵਿੱਚ ਮੁਖਾਲਫਤ ਹੀ ਹੁੰਦੀ ਹੈ, ਆਪੋਜੀਸ਼ਨ ਹੁੰਦੀ ਹੈ, ਮੁਖਾਲਫੀਨ ਹੁੰਦੇ ਨੇ। ਜਦੋਂ ਲੋਕ ਚੌਧਰੀ ਸ਼ੇਜ਼ਮਾਨ ਚੱਠਾ ਦੇ ਉੱਤੇ ਤਨਕੀਦ ਕਰਦੇ ਨੇ, ਤੁਸੀਂ ਕਿਵੇਂ ਜਵਾਬ ਦਿੰਦੇ ਉਹਨਾਂ ਨੂੰ? हाँ जी बिल्कुल, लोग तनकीद करते हैं, मैं मुहब्बत नाल प्यार देना, मैं कभी नाराज़ गया। साढ़े लीडरां दा, साढ़े कायद दा फरमान है, नबी पाक साका दो जहान सरकरे कायनात हज़रत मुहम्मद सल्लल्लाहु अलैहि वसल्लम दा, उन्हां दी ज़िंदगी सारे साढ़े अगे नमूना है, एक मुअज़ज़ा है। तो वो असी उन्हां दे नाल ही असी जो उन्हां तलीम दी असी उन्हां हिसाब नाल जवाब देने, असी कोई इंतकाम ना जवाब नहीं देंदे, मुहब्बत नाल जवाब देने। और इंशाअल्लाह पिछां भी दिता है, हुण भी दिता है, अगां भी देंगे। असी कोई इंतकाम या कोई लड़ाई झगड़े ना नहीं, मुहब्बत ना जवाब दें। सही। कभी कहा जाता सी कि साडे इस इलाके दे विच एक ही बरजीत ताहर है, ਜ਼ਮੀਨ ਸਾਡੀ ਸਰਜ਼ਮੀਨ सांगले ने विकत वेख्या कि जो एक नवा बरजीत ताहर आया वो तुहाडे तो अपने बेटे का नाम बरजीत ताहर रखे, इसकी की वजह है? हाँ जी बिल्कुल, मैं अलहमदुलिल्लाह अल्लाह ताला का शुक्र अदा करना कि अल्लाह ताला मैनू बेटा अदा दिता है। तो मैं ना ये सोचा अपने दिमाग दे विच कि यार एक तो चौधरी बरजीत ताहर एक अच्छे इंसान ने, शरीफ आदमी ने, दूसरे और वो बहादुर आदमी ने, जिथे खलोते ने अज भी उत्थे खलोते ने। और मेरे फैमिली पूरी ने इस चीज़ पर गौर किया और सलाह करके असां चौधरी बरजीत ताहर दे नाम दे उत्ते
ਮੁਹੰਮਦ ਬਰਜੀਸ ਜ਼ਮਾਨ ਚੱਠਾ ਰੱਖਿਆ ਜੀ ਆਪਣੇ ਬੇਟੇ ਦਾ ਨਾਮ। ਔਰ ਮੈਂ ਅੱਲਾਹ ਤਾਲਾ ਸ਼ੁਕਰ ਅਦਾ ਕਰਨਾ ਕਿ ਅੱਲਾਹ ਤਾਲਾ ਨੇ ਮੈਨੂੰ ਬੇਟਾ ਅਤਾ ਕੀਤਾ ਕਿ ਅਸਾਂ ਅੱਛੇ ਇਨਸਾਨ ਦੇ ਨਾਂ ਤੇ ਨਾਂ ਸਹੀ ਤਜਵੀਜ਼ ਕੀਤਾ। ਤੇ ਜਿਹੜਾ ਜੂਨੀਅਰ ਬਰਜੀਸ ਹੈ ਇਹ ਵੱਡਾ ਹੋ ਕੇ ਸਿਆਸਤਦਾਨ ਬਣੇਗਾ ਜਾਂ ਉਹਦੀ ਮਰਜ਼ੀ ਹੋਵੇਗੀ ਜਿੱਥੇ ਮਰਜ਼ੀ ਜਾਵੇ ਜੋ ਮਰਜ਼ੀ ਇਹ ਕਰੇ? ਅੱਲਾਹ ਪਾਕ ਦਾ ਪਹਿਲਾ ਨੰਬਰ ਭਾਈਜਾਨ ਅੱਲਾਹ ਪਾਕ ਨੂੰ ਜਿਵੇਂ ਮਨਜ਼ੂਰ ਹੋਇਆ ਇਹ ਤੇ ਉਹਦੀ ਮਰਜ਼ੀ ਹੋਏਗੀ। ਜੋ ਕਰਨਾ ਚਾਹੁੰਦਾ ਆ, ਸਿਆਸਤ 'ਚ ਆਉਣਾ ਚਾਹੁੰਦਾ ਆ, ਕਿਸੇ ਹੋਰ ਸ਼ੁਬੇ ਜਾਣਾ ਚਾਹੁੰਦਾ ਆ, ਬਰੂਨੇ ਮੁਲਕ ਜਾਣਾ ਚਾਹੁੰਦਾ ਆ, ਉਹ ਜ਼ਿੰਦਗੀ ਅੱਲਾਹ ਕਰੇ ਉਹਦੀ। ਜਿਸ ਤਰ੍ਹਾਂ ਉਹਦਾ ਜ਼ੇਨ ਹੁੰਦਾ ਇਨਸਾਨ ਦਾ ਕਿਸ ਪਾਸੇ ਜਾਣਾ, ਜਿਸ ਤਰ੍ਹਾਂ ਉਹ ਚਾਹੇਗਾ ਉਹ ਕਰੇਗਾ। ਸਹੀ ਹੈ। ਤੇ ਆਵਾਮ ਨੂੰ ਕੀ ਪੈਗਾਮ ਦੇਣਾ ਚਾਹੋਗੇ? ਮੈਂ ਆਵਾਮ ਨੂੰ ਇਹ ਪੈਗਾਮ ਦੇਣਾ ਚਾਹਾਂਗਾ ਕਿ ਅੱਲਾਹ ਦੇ ਰਸੂਲ ਦਾ ਇਹ ਫਰਮਾਨ ਹੈ ਕਿ ਲਾਨਤੁल्लाह अल काज़िबीन, ਝੂਠੇ ਦੇ ਖੁਦਾ ਦੀ ਲਾਨਤ ਹੈ। ਜਿਹੜੇ ਸ਼ਖਸ ਇਹ ਝੂਠ ਬੋਲਦੇ ਨੇ ਔਰ ਇਕਤਦਾਰ ਚਾਣ ਕੇ ਬੋਲ ਲਿਆ ਨੇ ਕਿ ਅਸੀਂ ਐਸੇ ਕਰਾਂਗੇ, ਵੈਸੇ ਕਰਾਂਗੇ, ਇਹ ਕਰ ਦਿਆਂਗੇ, ਇਹ ਕਰਾਂਗੇ, ਇਹਨਾਂ ਲੋਕਾਂ 'ਤੇ ਗੌਰ ਕਰਕੇ, ਇਹਨਾਂ ਦੀ ਪਛਾਣ ਕਰਕੇ ਔਰ ਝੂਠ ਤੋਂ ਬਚ ਕੇ ਅੱਲਾਹ ਦੇ ਰਸੂਲ ਦਾ ਫਰਮਾਨ ਅੱਛੇ ਆਦਮੀ, ਸੱਚੇ ਆਦਮੀ ਦੀ ਸਪੋਰਟ ਕਰੋ। ਔਰ ਜੋ ਇਨਸਾਨ ਅਮਨ ਪਸੰਦ ਹੈ, ਸਾਡੇ ਖਿਆਲ ਦੇ ਨਾਲ ਅਮਨ ਪਸੰਦ ਬਰਜੀਸ ਤਾਹਰ ਮੀਆਂ ਇਜਾਜ਼ ਹੁਸੈਨ ਭੱਟੀ। ਔਰ ਤੁਸੀਂ ਦੇਖ ਲਓ ਜਗ੍ਹਾ ਨਹੀਂ ਲੈਂਦੇ, ਉਹ ਕਿਸੇ ਕੋਲ ਪਰਚੀਆਂ ਨਹੀਂ ਲੈਂਦੇ, ਕਿਸੇ ਤੇ ਪਰਚੇ ਨਹੀਂ ਕਰਾਉਂਦੇ, ਉਹਨਾਂ ਦੀ ਤਰੀਖ ਗਵਾਹ ਇਹ ਚੋਰੀ ਬਰਜੀਸ ਤਾਹਰ ਤੇ ਇਕਤਦਾਰ ਪਹਿਲੀ ਵਾਰ ਨਹੀਂ ਆਇਆ, ਇਹ 5ਵੀਂ 6ਵੀਂ ਤਕਰੀਬਨ 7ਵੀਂ ਤਕਰੀਬਨ ਜਾਂ 6ਵੀਂ ਦਫਾ ਇਕਤਦਾਰ ਉਹਨਾਂ ਤੇ ਆਇਆ। ਲੇਕਿਨ ਇਹ ਕਿ ਕੋਈ ਮਿਸਾਲ ਕੋਈ ਮੁਹਾਲਫ ਤੱਕ ਵੇਖੋ ਜੀ, ਮੇਰੇ ਆਕਾ ਦੋ ਜਹਾਨ ਸਰਕਾਰ ਸੱਲੱਲਾਹੁ अलैहि वसल्लम ਤੇ ਵੀ ਦੁਨੀਆ ਇਲਜ਼ਾਮਾਤ ਕਰਦੀ ਰਹੀ। ਉਹ ਇੱਕ ਦੁਨੀਆ ਦੇ ਇਲਜ਼ਾਮਾਤ ਦਾ ਸਿਲਸਿਲਾ ਚੱਲਦਾ ਹੈ, ਦੁਨੀਆ ਕਰਦੀ ਹੈ, ਲੇਕਿਨ ਸਾਡੇ ਜ਼ੇਨ ਦੇ ਮੁਤਾਬਕ ਜਾਂ ਸਾਡੀ ਸੋਚ ਦੇ ਮੁਤਾਬਕ ਕਿ ਸਾਨੂੰ ਇਹ ਪਸੰਦ ਹੈ, ਅਸੀਂ ਅੱਛੇ ਇਨਸਾਨ ਨੇ। ਸਹੀ ਚੌਰੀ ਬਰਜੀਸ ਤਾਹਰ MNA ਸਾਹਿਬ ਮੀਆਂ ਇਜਾਜ਼ ਹੁਸੈਨ ਭੱਟੀ ਸਾਹਿਬ। ਠੀਕ ਹੈ। ਔਰ ਮੈਂ ਤੁਸਾਂ ਦੱਸਿਆ, ਮੈਂ ਪੈਗਾਮ ਦਿੱਤਾ ਸਾਰਿਆਂ ਨੂੰ ਕਿ ਅਮਨ ਦੀ ਰਾਹ ਵੇਖੋ ਕਿ ਅਮਨ ਤੇ ਇਨਸਾਨ ਕਿਹੜਾ। ਸਹੀ। ਇਨਸਾਨ ਦੇ ਅੰਦਰ ਜ਼ਮੀਰ ਉਹ ਸੋਚ ਦੇ ਬੰਦੇ ਨੂੰ ਮਜਬੂਰ ਕਰਦਾ। ਖਾ ਮੈਂ ਝੂਠ ਹੀ ਬੋਲਦਾ ਹਾਂ, ਲੇਕਿਨ ਅੰਦਰ ਮੇਰਾ ਜਿਹੜਾ ਜ਼ਮੀਰ ਹੈ ਸੁਣ ਕੇ ਗਵਾਰਾ ਜ਼ਰੂਰ ਕਰੇਗਾ ਕਿ ਸੱਚ ਹੈ ਕਿ ਝੂਠ ਹੈ। ਇਸ ਵਾਸਤੇ ਮੇਰਾ ਪੈਗਾਮ ਹੈ ਕਿ ਆਪਣੇ ਜ਼ਮੀਰਾਂ ਨੂੰ ਲੋਕ ਜਗਾ ਕੇ ਔਰ ਹਕੀਕਤ ਦੇ ਪਾਸੇ ਜਾਣ ਔਰ ਹਕੀਕਤ ਨੂੰ ਇਹ ਮੰਨਣ ਕਿ ਵਾਕਈ ਹੀ ਹਕੀਕਤ ਹੈ ਅੱਲਾਹ ਦੇ ਰਸੂਲ ਦੇ ਮੁਤਾਬਕ। ਠੀਕ ਹੈ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਇਸੇ ਪੈਗਾਮ ਨਾਲ ਜਦ ਚਾਹਾਂਗਾ ਕਿ ਹਰ ਉਹ ਬੰਦਾ ਜਿਹੜਾ ਵੀ ਸਿਆਸਤ ਚਾਹੁੰਦਾ ਹੈਗਾ ਵੀ ਉਹਦੀ ਪੋਜ਼ੀਟਿਵ ਔਰ ਨੈਗੇਟਿਵ ਦੋਨੋਂ ਹੀ ਪਹਿਲੂ ਹੁੰਦੇ ਨੇ। ਸਾਨੂੰ ਦੋਨਾਂ ਨੂੰ ਹੀ ਪਰਖਣਾ ਚਾਹੀਦਾ ਹੈਗਾ, ਫਿਰ ਜਾ ਕੇ ਫੈਸਲਾ ਕਰਨਾ। ਸੁਣੀ ਸੁਣਾਈ ਗੱਲਾਂ 'ਤੇ ਯਕੀਨ ਨਾ ਕਰੋ। ਇਲੈਕਸ਼ਨ ਆਉਣ ਵਾਲਾ ਹੈ, ਆਪਣੇ ਵੋਟ ਉਹਨਾਂ ਲੋਕਾਂ ਨੂੰ ਦੇਣੇ ਜਿਨ੍ਹਾਂ ਨੇ ਕੰਮ ਕੀਤਾ ਹੈਗਾ ਵੇ। ਜਿਹੜੇ ਸਿਰਫ ਬੜਕਾ ਮਾਰਦੇ ਨੇ ਜਾਂ ਸਿਰਫ ਝੂਠੇ ਵਾਅਦੇ, ਝੂਠੇ ਲਾੜੇ ਲਾਉਂਦੇ ਹੈਗੇ ਨੇ, ਉਹਨਾਂ ਤੋਂ ਇੰਝ ਹੀ ਬਚੋ ਜਿਸ ਨਾਲ ਬਚਣਾ ਸਾਨੂੰ ਚਾਹੀਦਾ ਵਾ। ਕਿ ਮਿਲਾਂਗੇ ਫਿਰ ਕਿਸੇ ਨੇ ਰੋਜ਼ ਨੇ ਮੌਜੂਦ ਨੇ ਮਹਿਮਾਨ ਦੇ ਨਾਲ। ਤਬ ਤੱਕ ਮੈਨੂੰ ਤੋਂ ਇਜਾਜ਼ਤ। ਪਾਕਿਸਤਾਨ ਜ਼ਿੰਦਾਬਾਦ।